ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਜੀਕੇ ਦੀ ਗੱਲ ਕਰਦੇ ਹਾਂ, ਪੰਜਾਬ ਦੀ ਜੀਓਗ੍ਰਾਫੀ ਦੀ। ਤਾਂ ਪੰਜਾਬ ਕੀ ਹੈ, ਨੌਰਥ ਵੈਸਟਰਨ ਪਾਰਟ, ਇੰਡੀਆ ਦਾ ਜਿਹੜਾ ਨੌਰਥ ਵੈਸਟਰਨ ਪਾਰਟ ਹੈ ਉੱਥੇ ਕੀ ਹੈ ਲੋਕੇਟ ਕਰਦਾ ਹੈ। ਜਿਹੜੀ ਇਹਦੀ ਐਕਸਟੈਂਡ ਹੈ 29 ਡਿਗਰੀ 30 ਮਿੰਟ ਨੌਰਥ ਤੋਂ 32 ਡਿਗਰੀ 32 ਮਿੰਟ ਨੌਰਥ, ਇਹ ਕੀ ਹੈ ਇਹਦਾ ਲੈਟੀਟਿਊਡ ਦੇ ਵਿੱਚ ਐਕਸਟੈਂਡ ਹੈ। ਉਸ ਤੋਂ ਬਾਅਦ ਲੌਂਗੀਟਿਊਡ ਦੇ ਵਿੱਚ 73 ਡਿਗਰੀ 55 ਈਸਟ ਟੂ 76 ਡਿਗਰੀ 50 ਮਿੰਟ ਈਸਟ, ਇਹ ਕੀ ਹੈ ਲੌਂਗੀਟਿਊਡ ਹੈ। ਉਸ ਤੋਂ ਬਾਅਦ ਇਹ ਨੌਰਥ ਤੋਂ ਲੈ ਕੇ ਸਾਊਥ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਹੈਗਾ 335 ਕਿਲੋਮੀਟਰ, ਈਸਟ ਤੋਂ ਲੈ ਕੇ ਵੈਸਟ ਤੱਕ ਦਾ ਹੈਗਾ 300 ਕਿਲੋਮੀਟਰ। ਉਸ ਤੋਂ ਬਾਅਦ ਪੰਜਾਬ ਦੀ ਜਿਹੜਾ ਨੌਰਥ ਹੈ ਉੱਧਰ ਇਸ ਨੌਰਥ ਦੇ ਵਿੱਚ ਜੰਮੂ ਐਂਡ ਕਸ਼ਮੀਰ ਹੈ, ਈਸਟ ਦੇ ਵਿੱਚ ਹਿਮਾਚਲ ਪ੍ਰਦੇਸ਼ ਹੈ ਅਤੇ ਸਾਊਥ ਦੇ ਵਿੱਚ ਕੀ ਹਰਿਆਣਾ ਐਂਡ ਰਾਜਸਥਾਨ ਹੈ। ਉਸ ਤੋਂ ਬਾਅਦ ਗ੍ਰੇਟ ਨਾਰਥਰਨ ਪਲੇਨਸ ਐਂਡ ਸਤਲੁਜ ਗੰਗਾ ਪਲੇਨਸ, ਜਿਹੜੇ ਇਹਨਾਂ ਨੂੰ ਦੋ ਨਾਮ ਨਾਲ ਜਾਣਿਆ ਜਾਂਦਾ ਹੈਗਾ। ਜਿਹੜੀ ਜੇ ਐਵੇਂ ਪੁੱਛਿਆ ਸਕਦਾ ਗ੍ਰੇਟ ਨਾਰਥਰਨ ਪਲੇਨਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਤਾਂ ਸਤਲੁਜ ਗੰਗਾ ਪਲੇਨਸ ਆਫ ਇੰਡੀਆ ਦੇ ਨਾਂ ਨਾਲ ਕੀ ਜਾਣਿਆ ਜਾਂਦਾ। ਉਸ ਤੋਂ ਬਾਅਦ ਪੰਜਾਬ ਦੀ ਕੀ ਸ਼ੇਪ ਕਿਸ ਟਾਈਪ ਦੀ ਹੈ, ਟਰਾਇਰੈਂਗੂਲਰ ਸ਼ੇਪ ਹੈ ਅਤੇ ਇਹਦੇ ਵੈਸਟ ਸਾਈਡ ਕੀ ਹੈ ਪਾਕਿਸਤਾਨ ਹੈ। ਉਸ ਤੋਂ ਬਾਅਦ ਏਰੀਆ ਹੈਗਾ ਜਿਹੜਾ ਪੰਜਾਬ ਦਾ 50,362 ਸਕੁਏਅਰ ਕਿਲੋਮੀਟਰ ਹੈ, ਜਿਹੜਾ ਕਿ ਟੋਟਲ ਜੀਓਗ੍ਰਾਫੀਕਲ ਏਰੀਆ ਦਾ 1.54% ਹੈ। ਉਸ ਤੋਂ ਬਾਅਦ ਪੰਜਾਬ ਦਾ ਕੀ ਹੈ ਏਰੀਆ ਵਾਈਜ਼ 18th ਰੈਂਕ ਹੈ ਅਤੇ ਇਹਦਾ ਅਪੈਕਸ ਲਾਈ ਇਨ ਦਾ ਨੌਰਥ ਇਨ ਦਾ ਧਾਰ ਕਲਾਂ ਬਲਾਕ ਆਫ ਡਿਸਟ੍ਰਿਕਟ ਪਠਾਨਕੋਟ, ਜਿਹੜਾ ਅਪੈਕਸ ਲਾਈ ਕਰਦਾ ਹੈਗਾ ਠੀਕ ਹੈ ਉਹ ਨੌਰਥ ਦੇ ਵਿੱਚ ਧਾਰ ਕਲਾਂ ਬਲਾਕ ਆਫ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਲਾਈ ਕਰਦੇ ਆ। ਉਸ ਤੋਂ ਬਾਅਦ ਫਿਜ਼ੀਓਗ੍ਰਾਫੀ ਦੀ ਗੱਲ ਕਰਦੇ ਹਾਂ। ਪੰਜਾਬ ਦਾ ਰੀਜਨ ਹੈ ਜਿਹੜਾ ਕਿ 4 ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ, ਸ਼ਿਵਾਲਿਕ ਹਿਲਸ, ਕੰਢੀ ਖੇਤਰ, ਐਲੂਵੀਅਲ ਪਲੇਨ ਅਤੇ ਡੂਨ ਸਟੱਡਡ ਪਲੇਨਸ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸ਼ਿਵਾਲਿਕ ਪਲੇਨਸ ਦੀ, ਸ਼ਿਵਾਲਿਕ ਹਿਲਸ ਦੀ। ਇਹਦੇ ਵਿੱਚ ਯਾਦ ਰੱਖਣ ਵਾਲੀ ਇਹਦੀ ਵਿਡਥ ਅਤੇ ਹਾਈਟ ਹੈ। ਜੇ ਕੁਐਸਚਨ ਆਇਆ, ਵਿਡਥ ਹੈਗੀ ਹੈ 5 to 12 ਕਿਲੋਮੀਟਰ ਅਤੇ ਹਾਈਟ ਹੈਗੀ ਹੈ ਇਹਦੀ 400 to 700 ਮੀਟਰ। ਅਤੇ ਇਹ ਸ਼ਿਵਾਲਿਕ ਹਿਲਸ ਦੇ ਅੰਡਰ ਕੀ ਪੰਜਾਬ ਦੇ 5 ਡਿਸਟ੍ਰਿਕਟ ਆਉਂਦੇ ਨੇ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ। ਉਸ ਤੋਂ ਬਾਅਦ ਆਉਂਦਾ ਕੰਢੀ ਖੇਤਰ, ਜਿਹੜਾ ਕੰਢੀ ਖੇਤਰ ਹੈਗਾ ਦਿਸ ਰੀਜਨ ਇਜ਼ ਬੈਡਲੀ dissected by the numerous chos and khards because of rough porous and curved grained deposited numerous chos, ਠੀਕ ਹੈ ਇਹਨੂੰ ਚੋਸ ਅਤੇ ਖੱਡ ਇਹ ਵਾਲਾ ਖੇਤਰ ਵੀ ਕਿਹਾ ਜਾਂਦਾ ਹੈ। ਇਹਦੇ ਅੰਡਰ ਕੀ ਹੈ ਅੱਗੇ ਇਹਨੂੰ 3 ਪਾਰਟ ਦੇ ਵਿੱਚ ਡਿਵਾਈਡ ਕਰਤਾ ਕਿਉਂਕਿ 3 ਨੇਮ ਨੇ ਇਹਦੇ, ਠੀਕ ਹੈ ਹੋਰ ਕੁਛ ਨਹੀਂ। ਕੰਢੀ, ਝਾਂਗਰ ਅਤੇ ਘਰ। ਸਭ ਤੋਂ ਪਹਿਲਾਂ ਹੈਗਾ ਕੰਢੀ ਖੇਤਰ। ਇਟ ਲਾਈਜ਼ ਰਫਲੀ ਬਿਟਵੀਨ 300 and 400 ਮੀਟਰਸ ਅਬਵ ਸੀ ਲੈਵਲ। ਜਿਹੜਾ ਕੰਢੀ ਖੇਤਰ ਹੈ ਇਹ ਸਮੁੰਦਰ ਤੋਂ ਕੀ ਹੈ 300 ਤੋਂ 400 ਮੀਟਰ ਕੀ ਹੈ ਅਬਵ ਹੈ। ਉਸ ਤੋਂ ਬਾਅਦ ਝਾਗਰ ਦਾ ਕੰਢੀ, ਜਿਹੜੀ ਕੰਢੀ ਖੇਤਰ ਹੈ ਅਨੰਦਪੁਰ ਸਾਹਿਬ ਦੇ ਵਿੱਚ ਕੀ ਹੈ ਰੋਪੜ ਡਿਸਟ੍ਰਿਕਟ ਦੇ ਵਿੱਚ ਇਹਨੂੰ ਝਾਂਗਰ ਕਿਹਾ ਜਾਂਦਾ ਹੈ। ਕੰਢੀ ਨੂੰ ਹੀ ਕੀ ਹੈ ਰੋਪੜ ਡਿਸਟ੍ਰਿਕਟ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਝਾਂਗਰ ਕਿਹਾ ਜਾਂਦਾ। ਉਸ ਤੋਂ ਬਾਅਦ ਨੈਕਸਟ ਹੈਗਾ ਸਾਡਾ ਖਾਰ, ਜਿਹੜਾ ਖਾਰ ਹੈਗਾ ਦਾ ਡਿਸੈਕਟਡ ਅਪਲੈਂਡ ਪਲੇਨ ਟੂ ਦਾ ਵੈਸਟ ਆਫ ਦਾ ਸ਼ਿਵਾਲਿਕਸ ਇਨ ਰੋਪੜ ਡਿਸਟ੍ਰਿਕਟ ਐਂਡ ਟੂ ਦਾ ਸਾਊਥ ਆਫ ਦਾ ਸਿਰਸਾ ਨਦੀ ਇਜ਼ ਕਾਲਡ ਐਜ਼ ਘਰ। ਸ਼ਿਵਾਲਿਕ ਨਦੀ ਦੇ ਵੈਸਟ ਸਾਈਡ, ਮਤਲਬ ਜਿਹੜੀ ਸ਼ਿਵਾਲਿਕ ਨਦੀ ਹੈ ਵੈਸਟ ਸਾਈਡ ਮਤਲਬ ਪੱਛਮ ਦੇ ਵਿੱਚ ਰੋਪੜ ਡਿਸਟ੍ਰਿਕਟ ਹੈ, ਉਦੋਂ ਸਾਊਥ ਦੇ ਵਿੱਚ ਕੀ ਹੈ ਐਂਡ ਉੱਥੋਂ ਤੋਂ ਲੈ ਕੇ ਸਾਊਥ ਦੇ ਵਿੱਚ ਦੱਖਣ ਦੇ ਵਿੱਚ ਸਿਰਸਾ ਨਦੀ ਤੱਕ ਜਿਹੜਾ ਖੇਤਰ ਆਉਂਦਾ ਹੈਗਾ ਉਹਨੂੰ ਘਰ ਕਹਿੰਦੇ ਨੇ। ਤਾਂ ਵੈਸਟਰਨ ਪਾਰਟ ਆਫ ਨੂਰਪੁਰ ਬੇਦੀ ਬਲਾਕ ਟੂ ਦਾ ਈਸਟ ਆਫ ਸ਼ਿਵਾਲਿਕ ਇਜ਼ ਕਾਲਡ ਘਰ, ਠੀਕ ਹੈ ਜਿਹੜਾ ਘਰ ਦਾ ਖੇਤਰ ਹੈਗਾ ਇਹ ਵਾਲਾ ਕੰਢੀ ਖੇਤਰ ਦੇ ਅੰਦਰ ਜਿਹੜਾ ਨਾਮ ਦਿੱਤਾ ਗਿਆ ਹੈ ਉਹਨੂੰ ਕਹਿੰਦੇ ਨੇ। ਉਸ ਤੋਂ ਬਾਅਦ ਥਰਡ ਹੈਗਾ ਅਲੂਵੀਅਲ ਪਲੇਨਸ। ਤਾਂ ਪੰਜਾਬ ਪਲੇਨ ਲਾਈਜ਼ ਬਿਟਵੀਨ 180 to 300 ਮੀਟਰਸ ਅਬਵ ਸੀ ਲੈਵਲ। ਐਲੂਵੀਅਲ ਪਲੇਨ ਇਹਦੇ ਵਿੱਚ ਲਾਈ ਕਰਦੇ ਨੇ। ਉਸ ਤੋਂ ਬਾਅਦ ਸੈਂਟਰਲ ਪੰਜਾਬ ਹੈ ਜਿਹੜਾ ਸਾਡਾ ਉਹ ਸੀ ਲੈਵਲ ਤੋਂ ਕਿੰਨੀ ਉੱਚੀ ਹੈਗਾ 230 ਤੋਂ 270 ਮੀਟਰ। ਉਹ ਤੋਂ ਅੱਗੇ 3 ਏਰੀਆਜ਼ ਆਉਂਦੇ ਨੇਗੇ ਐਲੂਵੀਅਲ ਪਲੇਨਸ ਦੇ ਅੰਦਰ, ਮਾਝਾ, ਦੁਆਬਾ ਐਂਡ ਮਾਲਵਾ ਪਲੇਨਸ, ਠੀਕ ਹੈ। ਮਾਝੇ ਦੇ ਅੰਦਰ ਕੀ ਹੈ 4 ਡਿਸਟ੍ਰਿਕਟ ਆਉਂਦੇ ਨੇ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਐਂਡ ਤਰਨ ਤਾਰਨ। ਉਸ ਤੋਂ ਬਾਅਦ ਇਟ ਇਜ਼ ਬਾਊਂਡਡ ਬਾਏ 10 ਯਾਰਡ। ਵੈਸਟ ਦੇ ਵਿੱਚ ਰਿਵਰ ਰਾਵੀ ਹੈ, ਈਸਟ ਦੇ ਵਿੱਚ ਰਿਵਰ ਬਿਆਸ ਹੈ ਅਤੇ ਸਾਊਥ ਦੇ ਵਿੱਚ ਰਿਵਰ ਸਤਲੁਜ ਹੈ। ਐਂਡ ਇਹਨੂੰ ਕੀ ਅਪਰ ਬਾਰੀ ਦੁਆਬ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦੁਆਬੇ ਨੂੰ ਕੀ ਹੈ ਜਲੰਧਰ ਦੁਆਬ ਵੀ ਕਹਿੰਦੇ ਨੇ। ਇਹਦੇ ਅੰਡਰ ਜਿਹੜਾ ਰੀਜਨ ਦੇ ਵਿੱਚ ਫਲੈਟ ਫਰਟਾਈਲ ਐਂਡ ਮੈਚਿਓਰ ਸੋਇਲਸ ਆਉਂਦੀਆਂ ਨੇਗੀਆਂ। 4 ਡਿਸਟ੍ਰਿਕਟ ਆਉਂਦੇ ਨੇ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਐਂਡ ਨਵਾਂਸ਼ਹਿਰ। ਉਸ ਤੋਂ ਬਾਅਦ ਮਾਲਵਾ ਪਲੇਨਸ ਆਉਂਦੇ ਨੇ। ਮਾਲਵਾ ਪਲੇਨਸ ਦਾ ਰੀਜਨ ਹੈ ਜਿਹੜਾ ਲਾਈ ਕਰਦਾ ਬਿਟਵੀਨ ਸਤਲੁਜ ਇਨ ਦਾ ਨਾਰਥ ਐਂਡ ਰਿਵਰ ਘੱਗਰ ਇਨ ਦਾ ਸਾਊਥ, ਠੀਕ ਹੈ।
ਘੱਗਰ ਨਦੀ ਇਹ ਜਿਹੜਾ ਸਤਲੁਜ ਨਦੀ ਦੇ ਉੱਤਰ ਵੱਲ ਅਤੇ ਘੱਗਰ ਨਦੀ ਵਾਲਾ ਸਾਊਥ ਦੇ ਤੱਕ, ਠੀਕ ਹੈ। ਸਾਰਾ ਇਲਾਕਾ ਕੀ ਮਾਲਵਾ ਪਲੇਨਸ ਦੇ ਵਿੱਚ ਆਉਂਦਾ। ਇਹਦੇ ਅੰਡਰ 14 ਡਿਸਟ੍ਰਿਕਟ ਆਉਂਦੇ ਨੇ: ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਬਰਨਾਲਾ, ਸੰਗਰੂਰ, ਮਾਨਸਾ, ਪਟਿਆਲਾ, ਮੋਹਾਲੀ, ਮੋਗਾ, ਮੁਕਤਸਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਠੀਕ ਹੈ। ਉਸ ਤੋਂ ਬਾਅਦ ਫੋਰਥ ਆਉਂਦਾ ਡੂਨ ਸਟੱਡਡ ਪਲੇਨ, ਰੇਤੀਲਾ ਇਲਾਕਾ, ਜਿਹੜਾ ਕਿ ਹੈ ਸੀ ਲੈਵਲ ਇਹਦਾ ਹੈਗਾ 220 ਮੀਟਰ ਹੈਗਾ। ਈਸਟ ਦੇ ਵਿੱਚੋਂ ਵੈਸਟ ਤੋਂ ਹੈਗਾ 183 ਮੀਟਰ। ਐਕਚੁਅਲੀ ਨੋਨ ਐਜ਼ ਇਹਨਾਂ ਨੂੰ ਟਿੱਬਾਜ਼ ਵੀ ਕਹਿੰਦੇ ਨੇ, ਠੀਕ ਹੈ। ਇਹਦੇ ਅੰਦਰ ਕਿਹੜਾ ਕਿਹੜਾ ਇਲਾਕਾ ਆਉਂਦਾ? ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਮਾਨਸਾ, ਮੁਕਤਸਰ, ਸੰਗਰੂਰ ਅਤੇ ਪਟਿਆਲੇ ਦਾ। ਉਸ ਤੋਂ ਬਾਅਦ ਅਸੀਂ ਪੰਜਾਬ ਦੇ ਡਰੇਨੇਜ ਸਿਸਟਮ ਦੀ ਗੱਲ ਕਰਦੇ ਹਾਂ। ਡਰੇਨੇਜ ਸਿਸਟਮ ਦੇ ਵਿੱਚ ਕੀ ਹੈਗਾ? ਰਿੰਗਵੇਦਾ ਕਾਲ ਦੇ ਵਿੱਚ ਇਹਨੂੰ ਸਭ ਨੂੰ ਵੀ ਪਤਾ ਹੈਗਾ, ਰਿੰਗਵੇਦਾ ਕਾਲ ਦਾ 7 ਸਿੰਧੂ ਕਿਹਾ ਜਾਂਦਾ ਸੀ। ਮਹਾਭਾਰਤਾ ਦੇ ਵਿੱਚ ਇਹਨੂੰ ਪੰਚਨੰਦਾ, ਗ੍ਰੀਕਸ ਦੇ ਵਿੱਚ ਇਹਨੂੰ ਪੈਂਟੋਪੋਟਾਮੀਆ। ਅਤੇ ਜਿਹੜਾ ਪੰਜਾਬ ਸ਼ਬਦ ਹੈ 2 ਫਾਰਸੀ ਸ਼ਬਦਾਂ ਤੋਂ ਮਿਲ ਕੇ ਬਣਿਆ 5 + ਆਬ। ਉਸ ਤੋਂ ਬਾਅਦ 2 ਟਾਈਪਸ ਦਾ ਰਿਵਰ ਸਿਸਟਮ ਹੈਗਾ ਪੰਜਾਬ ਦੇ ਵਿੱਚ, ਪੈਰੀਨੀਰੀਅਲ ਅਤੇ ਸੀਜ਼ਨਲ। ਪੈਰੀਨੀਰੀਅਲ ਦੇ ਵਿੱਚ ਜਿਹੜਾ ਕਿ ਸਾਰਾ ਸਾਲ ਵਹਿੰਦੀਆਂ ਨਦੀਆਂ ਨੇਗੀਆਂ, ਅਤੇ ਜਿਹੜਾ ਆਪਣਾ ਸੀਜ਼ਨਲ ਹੈ ਜਿਹੜਾ ਕੀ ਹੈ ਮੌਸਮੀ ਨਦੀਆਂ ਆਉਂਦੀਆਂ ਨੇ। ਪੈਰੀਨੀਰੀਅਲ ਦੇ ਵਿੱਚ ਕੀ ਹੈ 3 ਨਦੀਆਂ ਆਉਂਦੀਆਂ ਨੇਗੀਆਂ ਆਪਣੀਆਂ ਪੰਜਾਬ ਦੀਆਂ, ਸਤਲੁਜ, ਬਿਆਸ ਅਤੇ ਰਾਵੀ ਨਦੀ। ਅਤੇ ਸੀਜ਼ਨਲ ਰਿਵਰ ਦੇ ਵਿੱਚ ਘੱਗਰ ਨਦੀ ਆਉਂਦੀ ਹੈ। ਉਸ ਤੋਂ ਬਾਅਦ ਜਿਹੜੀ ਸਤਲੁਜ ਰਿਵਰ ਹੈ ਆਪਾਂ ਇਹਦੇ ਦੇਖਦੇ ਹਾਂ ਕਿੱਥੋਂ ਓਰੀਜਨੇਟ ਹੁੰਦੀ ਹੈ। ਇਹ ਰਕਾਸ ਲੇਕ ਨੀਅਰ ਮਾਨਸਰੋਵਰ ਦੇ ਵਿੱਚੋਂ ਕੀ ਇਹ ਓਰੀਜਨੇਟ ਹੈ ਇਹਦੇ। ਅਤੇ ਐਲਟੀਟਿਊਡ ਹੈਗਾ 4555 ਮੀਟਰ। ਇਹ ਤਿੱਬਤ ਦੇ ਵਿੱਚ ਹੈ। ਤਿੱਬਤ ਦੇ ਵਿੱਚ ਇਹਨੂੰ ਲੰਗਚੇਨ ਖੰਬਾਬ ਵੀ ਕਹਿੰਦੇ ਨੇ। ਅਤੇ ਬਾਕੀ ਥੋੜ੍ਹੀ ਜਿਹੀ ਉਹ ਥੋੜ੍ਹੀ ਸਿਆਪੀ ਪੜ੍ਹ ਲਿਓ। ਉਸ ਤੋਂ ਬਾਅਦ ਇਹ ਕੀ ਹੈ ਭਾਖੜਾ ਨੰਗਲ ਡੈਮ ਬਣਾਉਂਦੀ ਹੈ, ਜਿਹੜਾ ਵਰਲਡ ਦਾ ਕੀ ਹੈ 2nd ਲਾਰਜੈਸਟ ਡੈਮ ਹੈ, ਇੱਥੇ ਬਣਾਉਂਦੀ ਹੈ। ਉਸ ਤੋਂ ਬਾਅਦ ਰਾਵੀ, ਚਨਾਬ, ਜੇਹਲਮ, ਜਦੋਂ ਇਹ 3 ਨਦੀਆਂ ਮਿਲਦੀਆਂ ਨੇਗੀਆਂ ਤਾਂ ਤ੍ਰਿਮੰਬ ਕਹਿੰਦੇ ਨੇ। ਅਤੇ ਜਦੋਂ ਇਹ 5 ਨਦੀਆਂ ਮਿਲ ਜਾਂਦੀਆਂ ਸਤਲੁਜ, ਬਿਆਸ ਅਤੇ ਤ੍ਰਿਮੰਬ, ਤਾਂ ਇਹਨਾਂ ਨੂੰ ਪੰਚਾਨੰਦ ਕਹਿੰਦੇ ਨੇ। ਅਤੇ ਜਿਹੜੇ ਕੀ ਹੈ ਟਾਊਨਸ ਨੇ ਨੀਅਰ ਸਤਲੁਜ ਨਦੀ ਦੇ ਕੰਢੇ 'ਤੇ ਵਸੇ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ, ਉਹ ਹੈਗੇ ਨੇ ਬਿਲਾਸਪੁਰ, ਰਾਮਪੁਰ, ਖੁਮਾਰਸੇਨ, ਤਰਨਾਂਡਾ, ਕਾਲਪਾ, ਨਾਮਗਿਆ। ਅਤੇ ਰਿਵਰ ਸਤਲੁਜ ਹੈ ਜਿਹੜਾ ਪੰਜਾਬ ਦੇ ਵਿੱਚ ਰੋਪੜ, ਫਿਲੌਰ, ਹਰੀਕੇ ਅਤੇ ਫਿਰੋਜ਼ਪੁਰ ਵਸਿਆ ਹੋਇਆ। ਉਸ ਤੋਂ ਬਾਅਦ ਰਿਵਰ ਹੈਗੀ ਹੈ ਸਾਡਾ ਬਿਆਸ। ਇਹ ਓਰੀਜਨੇਟ ਹੁੰਦਾ ਹੈ ਬਿਆਸ ਕੁੰਡ ਦੇ ਵਿੱਚੋਂ, ਕੁੱਲੂ ਹਿਲਜ਼ ਨੀਅਰ ਰੋਹਤਾਂਗ ਪਾਸ। ਬਿਆਸ ਅਤੇ ਰਾਵੀ ਇਹ ਦੋਨੋਂ ਸੇਮ ਜਗ੍ਹਾ ਤੋਂ ਨਿਕਲਦੇ ਨੇ, ਕੁੱਲੂ ਹਿਲਜ਼ ਨੀਅਰ ਰੋਹਤਾਂਗ ਪਾਸ, ਠੀਕ ਹੈ। ਇੱਥੋਂ ਹੀ ਦੋਨੇ ਰਿਵਰ ਨਿਕਲਦੇ ਨੇ। ਅਤੇ ਪੰਜਾਬ ਦੇ ਵਿੱਚ ਐਂਟਰ ਹੁੰਦਾ ਜਿਹੜਾ ਬਿਆਸ ਰਿਵਰ ਹੈਗਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਨੀਅਰ ਤਲਵਾੜਾ ਦੇ ਵਿੱਚ। ਲੈਫਟ ਸਾਈਡ ਇਹਦੀਆਂ ਟ੍ਰਿਬਿਊਟਰੀਜ਼ ਹੈਗੀਆਂ ਨੇ ਜਿਹੜੀਆਂ ਪਰਬਤੀ ਸੰਸਕ੍ਰਿਤੀ। ਇੱਥੇ ਮਣੀਕਰਨ ਗੁਰਦੁਆਰਾ ਵੀ ਹੈਗਾ, ਸਭ ਨੂੰ ਵੀ ਪਤਾ ਹੋਏਗਾ, ਫੇਮਸ ਹੈ। ਉਸ ਤੋਂ ਬਾਅਦ ਰਾਈਟ ਸਾਈਡ ਟ੍ਰਿਬਿਊਟਰੀਜ਼ ਹੈਗੇ ਨੇ ਉਲ, ਲੰਬਧੰਗ, ਗੱਜ, ਚੱਕੀ। ਉਸ ਤੋਂ ਬਾਅਦ ਇੰਪੋਰਟੈਂਟ ਟਾਊਨਸ ਔਨ ਦਾ ਬੈਂਕ ਹੈ ਹਰੀਕੇ। ਹਰੀਕੇ ਦਾ ਸਭ ਨੂੰ ਹੀ ਪਤਾ ਹੈ ਬਿਆਸ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਹੈ। ਸਤਲੁਜ ਨਦੀ ਦੇ ਕੰਢੇ 'ਤੇ ਵੀ ਇਹ ਕਹਿ ਸਕਦੇ ਹਾਂ ਵਸਿਆ ਹੋਇਆ ਹੈਗਾ ਹਰੀਕੇ, ਠੀਕ ਹੈ। ਦੋਨਾਂ 'ਤੇ ਹੀ ਆਉਂਦਾ ਇਹ, ਠੀਕ ਹੈ। ਉਸ ਤੋਂ ਬਾਅਦ ਸਾਡਾ ਆਉਂਦਾ ਹੈ ਪੌਂਗ ਡੈਮ। ਪੌਂਗ ਡੈਮ ਕਿਹੜੀ ਨਦੀ ਉੱਤੇ ਵਸਿਆ ਹੋਇਆ ਹੈਗਾ? ਪੌਂਗ ਬਣਾਇਆ ਗਿਆ ਹੈਗਾ ਬਿਆਸ ਨਦੀ ਦੇ ਕੰਢੇ 'ਤੇ, ਠੀਕ ਹੈ। ਉਸ ਤੋਂ ਬਾਅਦ ਰਾਵੀ ਰਿਵਰ। ਰਾਵੀ ਰਿਵਰ ਕੀ ਹੈ ਰੋਹਤਾਂਗ ਪਾਸ, ਕੁੱਲੂ ਹਿਲਸ ਤੋਂ ਨਿਕਲਦਾ ਹੈਗਾ, ਫਲੋ ਕਰਦਾ ਹੈ ਥਰੂ ਚੰਬਾ ਵੈਲੀ, ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਐਂਟਰ ਕਰਦਾ ਹੈ ਪੰਜਾਬ ਦੇ ਵਿੱਚ। ਚੰਦ ਵਿਲੇਜ ਔਨ ਚੰਬਾ ਬਾਰਡਰ ਤੋਂ ਜੁਆਇਨ ਕਰਦਾ ਹੈ ਚਨਾਬ ਰਿਵਰ ਨੂੰ, ਠੀਕ ਹੈ, ਨੀਅਰ ਸਰਾਈ ਸੰਧੂ ਪਾਕ। ਇਹ ਚਨਾਬ ਰਿਵਰ ਦੇ ਨਾਲ ਕਿੱਥੇ ਮਿਲਦਾ ਹੈਗਾ? ਸਰਾਈ ਸੰਧੂ ਪਾਕ 'ਤੇ। ਟ੍ਰਿਬਿਊਟਰੀਜ਼ ਕਿਹੜੀਆਂ ਨੇ? ਉਜ, ਜਲਾਲੀਆ ਨਦੀ ਐਂਡ ਸਾਕੀ ਕਰਨਾਲਾ। ਹੈਡਵਰਕਸ ਆਫ ਦਾ ਅੱਪਰ ਬਾਰੀ ਦੁਆ ਕਨਾਲ ਸਿਸ ਇਜ਼ ਲੋਕੇਟਡ ਐਟ ਮਾਧੋਪੁਰ। ਅਤੇ ਇੱਥੇ ਥੀਨ ਡੈਮ ਬਣਿਆ ਹੋਇਆ ਹੈ ਰਾਵੀ ਨਦੀ 'ਤੇ। ਅਤੇ ਬਿਆਸ ਨਦੀ 'ਤੇ ਆਪਣੇ ਪੌਂਗ ਡੈਮ ਸੀਗਾ, ਅਤੇ ਦੂਜਾ ਆਪਣਾ ਜਿਹੜਾ ਇੱਕ ਹੋਰ ਸੀਗਾ ਭਾਖੜਾ ਨੰਗਲ ਡੈਮ, ਉਹ ਕਿਤੇ ਸੀਗਾ? ਸਤਲੁਜ ਨਦੀ 'ਤੇ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦਾ ਹੈ ਸ਼ਾਹਪੁਰ ਕੰਡੀ ਪ੍ਰੋਜੈਕਟ, ਬਹੁਤ ਫੇਮਸ ਹੈਗਾ, ਬਹੁਤ ਇੰਪੋਰਟੈਂਟ ਹੈ ਸ਼ਾਹਪੁਰ ਕੰਡੀ ਪ੍ਰੋਜੈਕਟ। ਇਹ ਕਿਤੇ ਬਣਾਇਆ ਗਿਆ ਹੈਗਾ? ਥੀਨ ਡੈਮ 'ਤੇ ਬਣਾਇਆ ਗਿਆ ਹੈਗਾ। ਕਿੱਥੇ ਹੈਗਾ? ਜੰਮੂ ਐਂਡ ਕਸ਼ਮੀਰ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਆਉਂਦੀ ਮੌਸਮੀ ਨਦੀ ਹੈਗੀ ਸਾਡੇ ਕੋਲ ਪੰਜਾਬ ਦੀ ਘੱਗਰ ਨਦੀ ਹੈਗੀ, ਜਿਹੜੀ ਮੌਸਮੀ ਨਦੀ ਹੈ ਕਿੱਥੋਂ ਨਿਕਲਦੀ ਹੈਗੀ? ਇਹ ਫਲੋਰ ਡਿਊਰਿੰਗ ਦਾ ਮੌਨਸੂਨ ਰੇਨਸ ਐਂਡ ਓਰੀਜਨੇਟ ਹੁੰਦੀ ਹੈਗੀ ਸਰਾਹਣ ਏਰੀਆ ਆਫ ਸਿਰਮੌਰ ਡਿਸਟ੍ਰਿਕਟ ਐਂਡ ਡੇਗਸਿਆਈ ਏਰੀਆ ਆਫ ਸੋਲਨ ਡਿਸਟ੍ਰਿਕਟ ਆਫ HP। ਇਹ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਇਹਦੇ ਅੰਡਰ ਆਉਂਦੇ ਨੇ ਘੱਗਰ ਨਦੀ ਦੇ ਅੰਡਰ। ਉਸ ਤੋਂ ਬਾਅਦ ਫਰਦਰ ਇਹਨੂੰ ਕਿ ਹੱਕਰਾ ਵੀ ਕਿਹਾ ਜਾਂਦਾ, ਵਿੱਚ ਗੈਟ ਲੌਸਟ ਨੀਅਰ ਹਨੂੰਮਾਨਗੜ੍ਹ ਇਨ ਗੰਗਾਨਗਰ ਡਿਸਟ੍ਰਿਕਟ ਆਫ ਰਾਜਸਥਾਨ, ਜਿਹੜੀ ਕਿ ਰਾਜਸਥਾਨ ਦੇ ਵਿੱਚ ਜਾ ਕੇ ਕੀ ਅਲੋਪ ਹੋ ਜਾਂਦਾ ਹੈ ਘੱਗਰ ਨਦੀ ਹੈ ਜਿਹੜੀ ਸਾਡੀ। ਅਤੇ ਸਮ ਪੀਪਲ ਇਹਨਾਂ ਨੂੰ ਡਿਫੰਕਟ ਸਰਸਵਤੀ ਵੀ ਕਿਹਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਫੋਰੈਸਟਸ ਐਂਡ ਪ੍ਰੋਟੈਕਟਡ ਏਰੀਆਜ਼ ਆਫ ਪੰਜਾਬ। ਹੁਣ ਪੰਜਾਬ ਦੇ ਵਿੱਚ ਜੰਗਲ ਅਤੇ ਇਹਨਾਂ ਦਾ ਪ੍ਰੋਟੈਕਟਡ ਏਰੀਆਜ਼ ਨੇ, ਉਹਨਾਂ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੀ ਜੰਗਲ ਦਾ ਰਿਕਾਰਡ ਹੈ, ਠੀਕ ਹੈ, ਜਿਹੜਾ ਜੰਗਲਾਂ ਨੇ ਘੇਰਿਆ ਹੋਇਆ ਏਰੀਆ ਉਹ ਹੈਗਾ 2442 ਸਕੁਅਰ ਕਿਲੋਮੀਟਰ, ਜਿਹੜਾ ਕੀ ਹੈ ਪਰਸੈਂਟੇਜ ਦੇ ਅਕੋਰਡਿੰਗ 4.84% ਹੈ।
ਉਸ ਤੋਂ ਬਾਅਦ ਫਸਟ ਹਾਈਐਸਟ ਫੋਰੈਸਟ ਏਰੀਆ ਹੈਗਾ ਹੁਸ਼ਿਆਰਪੁਰ, ਸੈਕਿੰਡ ਰੋਪੜ, ਥਰਡ ਨਵਾਂਸ਼ਹਿਰ, ਫੋਰਥ ਗੁਰਦਾਸਪੁਰ। ਦਾ ਸਾਊਥ ਵੈਸਟਰਨ ਪੰਜਾਬ ਪਲੇਨ ਡਿਸਟ੍ਰਿਕਟ ਹੈਵ ਲੋ ਫੋਰੈਸਟ ਏਰੀਆ ਇੰਟੈਂਸਿਟੀ ਬਿਲੋ 2%। ਇਹਦਾ ਤੁਹਾਨੂੰ ਪਤਾ ਲੱਗ ਹੀ ਜਾਊਗਾ, ਠੀਕ ਹੈ। ਉਸ ਤੋਂ ਬਾਅਦ ਪ੍ਰੋਟੈਕਟਡ ਏਰੀਆਜ਼ ਆਫ ਪੰਜਾਬ, ਜਿਹੜੀ ਕਿ ਪੰਜਾਬ ਦੇ ਵਿੱਚ ਪ੍ਰੋਟੈਕਟ ਕੀਤੇ ਹੋਏ ਆ ਸਰਕਾਰ ਨੇ ਏਰੀਆਜ਼ ਨੂੰ, ਉਹ ਕਿਹੜੇ ਕਿਹੜੇ ਨੇਗੇ, ਠੀਕ ਹੈ। ਜਿਹਦੇ ਵਿੱਚ ਕਿ ਹਿਊਮਨ ਐਕਟੀਵਿਟੀਜ਼ ਨੂੰ ਕਿ ਲਿਮਿਟਡ ਕੀਤਾ ਜਾਂਦਾ ਹੈ, ਜਿੱਥੇ ਕਿ ਹਿਊਮਨ ਆਪਣੀ ਜਾ ਕੇ ਐਕਟੀਵਿਟੀਜ਼ ਨਹੀਂ ਕਰ ਸਕਦਾ, ਠੀਕ ਹੈ। ਤਾਂ ਇਹਦੇ ਵਾਸਤੇ ਕਿ ਪੰਜਾਬ ਦੇ ਵਿੱਚ ਉਹ ਕਿੰਨਾ ਏਰੀਆ ਹੈਗਾ, 340 ਸਕੁਏਅਰ ਕਿਲੋਮੀਟਰ ਦਾ ਜਿਹੜਾ ਕਿ ਇਹ ਏਰੀਆ ਹੈਗਾ ਪ੍ਰੋਟੈਕਟ ਕੀਤਾ ਹੋਇਆ, ਜਿਹਦੇ ਵਿੱਚ 13 ਕੀ ਨੇ ਵਿਲਡ ਲਾਈਫ ਸੈਂਚੁਰੀਜ਼ ਬਣਾਈਆਂ ਗਈਆਂ ਨੇ, 4 ਕੰਜ਼ਰਵੇਸ਼ਨ ਰਿਜ਼ਰਵ ਬਣਾਏ ਗਏ ਨੇ, ਅਤੇ 3 ਕੀ ਬਣਾਏ ਗਏ ਨੇ, ਕਮਿਊਨਿਟੀ ਰਿਜ਼ਰਵ ਬਣਾਏ ਗਏ ਨੇ। ਉਸ ਤੋਂ ਬਾਅਦ ਟੋਟਲ ਕੀ ਹੈ 21 ਵੈਟਲੈਂਡ ਬਣਾਏ ਗਏ ਨੇ, ਜਿਹਦੇ ਵਿੱਚੋਂ 12 ਕੀ ਨੇ ਨੈਚੁਰਲ ਨੇ, 9 ਨੇ ਮੈਨ ਮੇਡ ਨੇ ਵੈਟਲੈਂਡ, 6 ਕੀ ਹੈ ਰਾਮਸਰ ਦੀਆਂ ਸਾਈਟ ਨੇ, ਇਹ ਅਸੀਂ 6 ਦੀਆਂ 6 ਪੜ੍ਹਾਂਗੇ। 6 ਦੇ ਵਿੱਚ 3 ਤਾਂ ਹੈਗੀਆਂ ਨੇ ਓਲਡ ਨੇਗੀਆਂ ਹਰੀਕੇ, ਕੰਜਲੀ ਅਤੇ ਰੋਪੜ, ਅਤੇ 3 ਨਿਊ ਨੇਗੀਆਂ ਬਿਆਸ, ਨੰਗਲ, ਕਿਸ਼ੋਪੁਰ। ਅਸੀਂ ਇਹ ਕਹਿ ਸਕਦੇ ਹਾਂ 3 ਜਿਹੜੀਆਂ ਨਵੀਆਂ ਬਣੀਆਂ ਨੇ ਬਿਆਸ, ਨੰਗੇ, ਕੇਸ਼ ਨਹੀਂ ਜਾਈਦਾ, ਇੱਥੋਂ ਅਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹਾਂ ਜਿਹੜੀਆਂ 3 ਨਿਊ ਬਣੀਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਸੈਕਿੰਡ ਕੀ ਹੈ ਡਿਕਲੇਅਰਡ ਐਜ਼ ਅ ਨੈਸ਼ਨਲ, 2 ਨੂੰ ਕੀ ਹੈ ਨੈਸ਼ਨਲ ਵੈਟਲੈਂਡ ਡਿਕਲੇਅਰ ਕੀਤੇ ਗਏ, ਰਣਜੀਤ ਸਾਗਰ ਹੈ, ਇੱਕ ਨੰਗਲ ਲੇਕ ਹੈ, ਠੀਕ ਹੈ। ਇਹ ਤੁਹਾਨੂੰ ਕੀ ਯਾਦ ਰੱਖਣੇ ਹੀ ਪੈਣਗੇ, ਠੀਕ ਹੈ। ਉਸ ਤੋਂ ਬਾਅਦ ਅਸੀਂ ਰਾਮਸਰ ਕਨਵੈਨਸ਼ਨ ਬਾਰੇ ਗੱਲ ਕਰੀਏ। ਰਾਮਸਰ ਕਨਵੈਨਸ਼ਨ 2 ਫਰਵਰੀ 1971 ਦੇ ਵਿੱਚ ਹੋਈ ਸੀ। ਇਹਦਾ ਜਿਹੜਾ ਰਾਮਸਰ ਨੇਮ ਆਇਆ ਜਿਹੜਾ ਈਰਾਨ ਦੇ ਵਿੱਚ ਸਿਟੀ ਸੀ ਰਾਮਸਰ, ਉੱਥੋਂ ਇਹਦਾ ਕੀ ਨੇਮ ਪਿਆ ਹੈਗਾ। ਰਾਮਸਰ ਕੀ ਕਰਦੇ ਹੈ ਜਿਹੜੀ ਇੰਟਰਨੈਸ਼ਨਲ ਟ੍ਰੈਟੀ ਫੋਰ ਕੰਜ਼ਰਵੇਸ਼ਨ ਆਫ ਇਹ ਵੈਟਲੈਂਡਸ ਨੂੰ ਕਿ ਇੱਕ ਕੰਜ਼ਰਵ ਰੱਖਦੀ ਹੈ, ਉਹਦੇ ਵਾਸਤੇ ਸੰਧੀ ਕੀਤੀ ਜਾਂਦੀ ਹੈ ਇੰਟਰਨੈਸ਼ਨਲ ਅੰਤਰਰਾਸ਼ਟਰੀ ਸੰਧੀ, ਠੀਕ ਹੈ। ਇਹਨਾਂ ਨੂੰ ਕੀ ਹੈ ਉਸ ਤੋਂ ਬਾਅਦ 4 ਟਾਈਪਸ ਦੇ ਵੈਟਲੈਂਡ ਹੁੰਦੇ ਨੇ, ਇੱਕ ਤਾਂ ਜਿਹਨਾਂ ਦੀ ਇੰਟਰਨੈਸ਼ਨਲ ਇੰਪੋਰਟੈਂਸ ਹੁੰਦੀ ਹੈ, ਇੱਕ ਨੈਸ਼ਨਲ ਇੰਪੋਰਟੈਂਸ ਹੁੰਦੀ ਹੈ, ਇੱਕ ਸਟੇਟ ਤੋਂ ਇੰਪੋਰਟੈਂਸ ਹੁੰਦੀ ਹੈ, ਇੱਕ ਅਦਰ ਹੁੰਦੇ ਨੇ ਆਈਡੈਂਟੀਫਾਈਡਸ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਇੰਟਰਨੈਸ਼ਨਲ ਇੰਪੋਰਟੈਂਸ ਹੈ ਉਹਨਾਂ ਦੀ ਗੱਲ ਕਰਦੇ ਹਾਂ। ਜਿਹੜੀ ਇੰਟਰਨੈਸ਼ਨਲ ਇੰਪੋਰਟੈਂਸ ਹੈ ਮੈਂ ਤੁਹਾਨੂੰ ਹੁਣੇ ਦੱਸਿਆ ਸੀ 6 ਨੇਗੀਆਂ ਰਾਮਸਰ ਸਾਈਡ ਦੀਆਂ, 3 ਓਲਡ ਨੇ ਅਤੇ 3 ਨਿਊ ਨੇਗੀਆਂ, ਅਤੇ 3 ਜਿਹੜੀਆਂ ਓਲਡ ਨੇ ਅਸੀਂ ਉਹਨਾਂ ਦੇਖਦੇ ਹਾਂ, ਪਹਿਲਾਂ ਗੱਲ ਕਰਦੇ ਹਾਂ ਹਰੀਕੇ ਵੈਟਲੈਂਡ, ਕੰਜਲੀ ਵੈਟਲੈਂਡ ਅਤੇ ਰੋਪੜ ਵੈਟਲੈਂਡ। ਇਹ 3 ਕੀ ਨੇ ਓਲਡ ਨੇਗੀਆਂ। ਹਰੀਕੇ ਵੈਟਲੈਂਡ ਨੂੰ ਅਸੀਂ ਕੀ ਹੈ ਤਾਂ ਹਰੀਕੇ ਵੈਟਲੈਂਡ ਹੈ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕੀ ਹੈ ਰਾਮਸਰ ਸਾਈਟ ਹੈ, ਇਹਨੂੰ 1990 ਦੇ ਵਿੱਚ ਘੋਸ਼ਿਤ ਕੀਤਾ ਗਿਆ ਸੀ, ਇਹ ਮੈਨ ਮੇਡ ਹੈ। ਉਸ ਤੋਂ ਬਾਅਦ ਕੰਜਲੀ ਵੈਟਲੈਂਡ ਇੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆਉਂਦੀ ਹੈ, ਇਹਨੂੰ 2002 ਦੇ ਵਿੱਚ ਕੀ ਹੈ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ, ਅਤੇ ਸੋਸ਼ੋ ਰਿਲੀਜੀਅਸ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਬੇਈ ਨਦੀ ਸੀਗੀ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਹੈ ਨਾ ਕਹਿੰਦੇ ਆ ਵੀ 3 ਦਿਨ ਤੱਕ ਅਲੋਪ ਰਹੀ ਸੀ, ਉਹਦੇ ਨਾਲ ਕੰਜਲੀ ਵੈਟਲੈਂਡ ਨੂੰ ਕੀ ਹੈ ਜੋੜ ਕੇ ਇਹਦੀ ਸੋਸ਼ੋ ਰਿਲੀਜੀਅਸ ਇੰਪੋਰਟੈਂਸ ਬਣਾਈ ਗਈ ਹੈ ਇਹਦੀ। ਉਸ ਤੋਂ ਬਾਅਦ ਰੋਪੜ ਵੈਟਲੈਂਡ ਹੈ, ਇਹ ਵੀ ਮੈਨ ਮੇਡ ਹੈ, ਫਰੈਸ਼ ਵਾਟਰ ਦਾ ਰਿਵਰਾਈਨ ਵੈਟਲੈਂਡ ਹੈ, ਇਹਨੂੰ ਵੀ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ 2002 ਦੇ ਵਿੱਚ। ਉਸ ਤੋਂ ਬਾਅਦ ਆਉਂਦੇ ਕੇਸ਼ਵਪੁਰ ਮਿਆਨੀ ਕਮਿਊਨਿਟੀ ਰਿਜ਼ਰਵ ਗੁਰਦਾਸਪੁਰ ਦੇ ਵਿੱਚ ਹੈ, ਇਹ ਨੈਚੁਰਲ ਵੈਟਲੈਂਡ ਹੈ, ਸਿਰਫ ਇਹ ਕੋਈ ਨੈਚੁਰਲ ਵੈਟਲੈਂਡ ਹੈ, ਬਾਕੀ 5 ਕੀ ਨੇ ਮੈਨ ਮੇਡ ਨੇ। ਅਤੇ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਇਹ ਮੈਨ ਮੇਡ ਹੈ, ਇਹਨੂੰ 2019-18-19 ਦੇ ਵਿੱਚ ਬਣਾਇਆ ਗਿਆ, ਇਹਨਾਂ ਨੂੰ ਡਿਕਲੇਅਰਡ ਕੀਤਾ ਗਿਆ ਹੈ ਵਾਈਲਡ ਲਾਈਫ ਬੋਰਡ ਨੇ, ਹੈਰੀਟੇਜ ਰਿਵਰ ਵੀ ਕਹਿੰਦੇ ਨੇ 2018 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਨੰਗਲ ਵਾਈਲਡ ਲਾਈਫ ਸੈਂਚੁਰੀ ਇਹ ਵੀ ਮੈਨ ਮੇਡ ਹੈ, ਕਿੱਥੇ ਹੈਗੀ ਰੋਪੜ ਦੇ ਵਿੱਚ ਹੈ। ਉਸ ਤੋਂ ਬਾਅਦ ਇਹ ਤਾਂ 6 ਸੀਗੇ ਜਿਨ੍ਹਾਂ ਦੀ ਇੰਟਰਨੈਸ਼ਨਲ ਇੰਪੋਰਟੈਂਸ ਸੀ। ਹੁਣ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਦੀ ਨੈਸ਼ਨਲ ਇੰਪੋਰਟੈਂਸ ਹੈ ਵੈਟਲੈਂਡਸ ਦੀ। ਨੈਸ਼ਨਲ ਇੰਪੋਰਟੈਂਸ ਸਿਰਫ 2 ਦੀ ਹੈ, ਰਣਜੀਤ ਸਾਗਰ ਵੈਟਲੈਂਡ ਦੀ ਅਤੇ ਨੰਗਲ ਵੈਟਲੈਂਡ ਦੀ। ਸਭ ਤੋਂ ਪਹਿਲਾਂ ਹੈਗੀ ਹੈ ਰਣਜੀਤ ਸਾਗਰ ਵੈਟਲੈਂਡ ਇਹ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਅਤੇ ਇਹਨੂੰ ਇੰਪੋਰਟੈਂਸ 2006 ਦੇ ਵਿੱਚ ਦਿੱਤੀ ਗਈ ਹੈ। ਅਤੇ ਨੰਗਲ ਵੈਟਲੈਂਡ ਹੈਗਾ ਜਿਹੜਾ ਭਾਖੜਾ ਡੈਮ ਤੋਂ ਬਣਾਇਆ ਗਿਆ ਨੰਗਲ ਵੈਟਲੈਂਡ, ਇਹਨੂੰ 2008 ਦੇ ਵਿੱਚ ਕੀ ਹੈ ਇੰਪੋਰਟੈਂਸ ਦਿੱਤੀ ਗਈ ਹੈ, ਅਤੇ 2009 ਦੇ ਵਿੱਚ ਇਹਨੂੰ ਵਾਈਲਡ ਲਾਈਫ ਸੈਂਚੁਰੀ 'ਤੇ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਸਟੇਟ ਵੈਟਲੈਂਡਸ, ਇਹ ਤਾਂ 2 ਹੀ ਸੀ, ਨੈਸ਼ਨਲ ਅਸੀਂ ਇੰਟਰਨੈਸ਼ਨਲ 6 ਪੜ੍ਹ ਲਈਆਂ, ਨੈਸ਼ਨਲ ਅਸੀਂ 2 ਪੜ੍ਹ ਲਈਆਂ, ਅਤੇ ਹੁਣ ਅਸੀਂ ਸਟੇਟ ਵੈਟਲੈਂਡਸ ਪੜ੍ਹਦੇ ਹਾਂ 5 ਨੇਗੀਆਂ। ਜਸਟਰਵਲ ਵੈਟਲੈਂਡ, ਕਾਨਵਾਨ ਚੰਬ ਵੈਟਲੈਂਡ, ਕੇਸ਼ਵਪੁਰ ਮਿਆਨੀ ਵੈਟਲੈਂਡ, ਮੰਡ ਭਰਥਲਾ ਵੈਟਲੈਂਡ ਅਤੇ ਢੋਲਬਾਹਾ ਵੈਟਲੈਂਡ। ਇਹਦੇ ਵਿੱਚ ਤੁਸੀਂ ਕੀ ਦੇਖਣਾ ਹੈਗਾ ਜਿਹੜੀਆਂ ਢੋਲਬਾਹਾ ਰਿਜ਼ਰਵੀਅਰ ਹੈਗਾ ਇਹ ਕੀ ਹੈ ਮੈਨ ਮੇਡ ਹੈ ਹੁਸ਼ਿਆਰਪੁਰ ਦੇ ਵਿੱਚ। ਐਂਡ ਬਾਕੀ ਦੀਆਂ ਜਿਹੜੀਆਂ 4 ਨੇਗੀਆਂ ਉਹ ਕੀ ਨੇਗੀਆਂ ਨੈਚੁਰਲ ਨੇਗੀਆਂ। ਅਸੀਂ ਇਕੱਲੀਆਂ ਦੇਖ ਲੈਂਦੇ ਹਾਂ ਕਿੱਥੇ ਹੈ। ਜਿਹੜੀ ਜਸਟਰਵਾਲ ਵੈਟਲੈਂਡ ਹੈ ਇਹ ਅੰਮ੍ਰਿਤਸਰ ਦੇ ਵਿੱਚ ਹੈ। ਕਾਨਵਾਨਾ ਚੰਬ ਵੈਟਲੈਂਡ ਇਹ ਹੈਗੀ ਹੈ ਗੁਰਦਾਸਪੁਰ ਦੇ ਵਿੱਚ। ਕੇਸ਼ਵਪੁਰ ਮਿਆਨੀ ਵੈਟਲੈਂਡ ਹੈਗੀ ਗੁਰਦਾਸਪੁਰ ਦੇ ਵਿੱਚ। ਮੰਡ ਭਰਥਲਾ ਵੈਟਲੈਂਡ ਹੈਗੀ ਹੈ ਨਵਾਂ ਸ਼ਹਿਰ ਦੇ ਵਿੱਚ। ਉਸ ਤੋਂ ਬਾਅਦ ਜਿਹੜੀਆਂ ਅਦਰ ਆਈਡੈਂਟੀਫਾਈਡ ਵਾਈਲਡ ਸੈਂਚੁਰੀਜ਼ ਨੇ ਅਸੀਂ ਉਹ ਦੇਖ ਲੈਂਦੇ ਹਾਂ ਪੰਜਾਬ ਦੀਆਂ। ਹਰੀਕੇ ਪੱਤਨ ਇਹ ਹੈਗਾ ਹਰੀਕੇ ਪੱਤਨ ਹੈਗਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ। ਦੱਖਣੀ ਰਹਿਮਾਪੁਰ ਸੈਂਚੁਰੀ ਇਹ ਹੈਗੀ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ। ਅਬੋਹਰ ਵਾਈਲਡ ਲਾਈਫ ਸੈਂਚੁਰੀ ਇਹ ਹੈਗੀ
हैगी है फाजिलका डिस्ट्रिक्ट ਦੇ ਵਿੱਚ ਜਿਹੜੀ ਇਹ ਫੇਮਸ ਹੈਗੀ ਬਲੈਕ ਬੱਕ ਦੇ ਲਈ ਇੰਪੋਰਟੈਂਟ ਹੈ। ਯਾਦ ਰੱਖਿਓ ਬਲੈਕ ਬੱਕ ਦੇ ਲਈ ਫੇਮਸ ਕਿਹੜੀ ਵਾਈਲਡ ਲਾਈਫ ਸੈਂਚੁਰੀ ਹੈ, ਬੌਹਰ ਵਾਈਲਡ ਲਾਈਫ ਸੈਂਚੁਰੀ। ਉਸ ਤੋਂ ਬਾਅਦ ਵੀਰ ਮੋਤੀ ਬਾਗ, ਵੀਰ ਗੁਰਦਿਆਲਪੁਰਾ, ਵੀਰ ਬੁਨਿਆਰੀ, ਮਿਹਾਸ, ਦੋਸਾਂਝ ਭਾਸ਼ਾ, ਇਹ ਸਾਰੀਆਂ ਪਟਿਆਲੇ ਦੇ ਵਿੱਚ ਨੇ ਅਤੇ ਬਸ ਤੁਸੀਂ ਵੀਰ ਵਾਲੀ ਇੱਕੋ ਅਲੱਗ ਤੋਂ ਯਾਦ ਰੱਖਣੀ ਹੈ, ਐਸ਼ਵਾਨ ਵਾਲੀ ਸੰਗਰੂਰ ਦੇ ਵਿੱਚ ਹੈ। ਠੀਕ ਹੈ। ਉਸ ਤੋਂ ਬਾਅਦ ਝੱਜਰ ਬਚੌਲੀ ਰੂਪਨਗਰ ਦੇ ਵਿੱਚ ਹੈ। ਕਠਲੋਰ ਕੁਸ਼ਲੀਆਂ ਇਹ ਹੈਗੀ ਪਠਾਨਕੋਟ ਦੇ ਵਿੱਚ। ਨੰਗਲ ਵੈਟਲੈਂਡ ਰੋਪੜ ਦੇ ਵਿੱਚ ਹੈ। 4 ਕੰਜ਼ਰਵੇਸ਼ਨ ਰਿਜ਼ਰਵ ਬਣਾਏ ਗਏ ਨੇ ਪੰਜਾਬ ਦੇ ਵਿੱਚ। ਰੱਖਸਰਾਈ ਅਮਾਨਤ ਇਹ ਤਰਨਤਾਰਨ ਦੇ ਵਿੱਚ ਹੈ। ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ ਇਹ ਹੈਗਾ ਹਰੀਕੇ। ਠੀਕ ਹੈ। ਉਸ ਤੋਂ ਬਾਅਦ ਰਣਜੀਤ ਸਾਗਰ ਡੈਮ ਕੰਜ਼ਰਵੇਸ਼ਨ ਰਿਜ਼ਰਵ ਗੁਰਦਾਸਪੁਰ ਦੇ ਵਿੱਚ ਹੈ ਅਤੇ ਰੋਪੜ ਵੈਟਲੈਂਡ ਕੰਜ਼ਰਵੇਸ਼ਨ ਰਿਜ਼ਰਵ ਇਹ ਵੀ ਰੋਪੜ ਡਿਸਟ੍ਰਿਕਟ ਦੇ ਵਿੱਚ ਹੈ। 3 ਕਮਿਊਨਿਟੀ ਰਿਜ਼ਰਵ ਬਣਾਏ ਆਪਣੇ ਕੇਸ਼ਵਪੁਰ ਇਹ ਗੁਰਦਾਸਪੁਰ ਦੇ ਵਿੱਚ ਹੈ। ਲਾਲਵਾਨ ਹੁਸ਼ਿਆਰਪੁਰ ਦੇ ਵਿੱਚ ਹੈ। ਸਿਸਵਾਨ ਇਹ ਤਾਂ ਸਿਸਵਾਨ SISSAS ਦੇ ਵਿੱਚ ਹੈ। ਠੀਕ ਹੈ। ਉਸ ਤੋਂ ਬਾਅਦ ਜ਼ੂਓਲੋਜੀਕਲ ਪਾਰਕ ਨੇਗੇ ਥੋੜ੍ਹੇ ਜਿਹੇ, ਇਹਨੂੰ ਵੀ ਇੰਪੋਰਟੈਂਟ ਹੈ, ਇਹ ਵੀ ਯਾਦ ਰੱਖੋ। ਸਭ ਤੋਂ ਪਹਿਲਾਂ ਮਹਿੰਦਰਾ ਚੌਧਰੀ ਜ਼ੂਓਲੋਜੀਕਲ ਪਾਰਕ ਔਰ ਛੱਤਬੀੜ ਹੈਗੀ ਹੈ ਜ਼ੀਰਕਾਪੁਰ ਨੀਅਰ ਚੰਡੀਗੜ੍ਹ। ਫੇਮਸ ਹੈਗੀ ਹੈ ਲਾਇਨ ਸਫਾਰੀ ਦੇ ਲਈ ਲੁਧਿਆਣੇ, ਟਾਈਗਰ ਸਫਾਰੀ ਦੇ ਲਈ ਮਸ਼ਹੂਰ ਹੈ ਲੁਧਿਆਣੇ ਹੀ ਹੈ। ਡੀਅਰ ਪਾਰਕ ਨੀਲੋਨ ਮਿਨੀ ਜ਼ੂ ਇਹ ਲੁਧਿਆਣੇ ਹੈ। ਡੀਅਰ ਪਾਰਕ ਹੋਰ ਵੀਰ ਮੋਤੀ ਬਾਗ ਵਾਲਾ ਇਹ ਵੀ ਪਟਿਆਲੇ ਹੈ। ਅਤੇ ਤਲਾਬ ਇਹ ਬਠਿੰਡੇ ਹੈ। ਬਸ ਇਹਦੇ ਤਲਾਬ ਵਾਲੀ ਯਾਦ ਰੱਖਿਓ। ਬਾਕੀ ਇੱਕ ਵੀਰ ਐਸ਼ਵਾਨ ਸੰਗਰੂਰ ਦੀ ਹੈ। ਠੀਕ ਹੈ। ਬਸ ਇਹ ਇੰਨੀਆਂ ਕਿ ਯਾਦ ਰੱਖਣੀਆਂ ਨੇ ਤੁਸੀਂ ਪੰਜਾਬ ਦੀਆਂ। ਟਾਈਮ ਬਹੁਤ ਥੋੜ੍ਹਾ ਹੈ ਅਤੇ ਕੰਮ ਬਹੁਤ ਜ਼ਿਆਦਾ ਹੈ, ਤਾਂ ਅਸੀਂ ਥੋੜ੍ਹਾ ਕੁਇਕ ਕਰਕੇ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ ਫॉर ਵਾਚਿੰਗ।